किसानी झंडे की गल करन वास्ते आए ਅਸੀਂ अपनी 3 बिल्लां की गल करन वास्ते आए बस ਅਸੀਂ अपने मुद्दे तो ना भटकीए 26 ਤਰੀਕ ਦੀ ਜਿਹੜੀ ਘਟਨਾ ਤੋਂ ਬਾਅਦ ਬਹੁਤ ਇੱਕ ਤਰ੍ਹਾਂ ਦਾ ਲਾਂਛਨ ਲੱਗਿਆ ਸੀਗਾ ਕਿਸਾਨ ਅੰਦੋਲਨ ਦੇ ਉੱਤੇ ਲੋਕ ਮਾਯੂਸ ਵੀ ਹੋਏ ਸੀ ਉਸ ਚੀਜ਼ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਸਾਡੇ ਕਿਸਾਨ ਜਿਹੜੇ ਆ ਨਾ ਉਹ ਬਹੁਤ ਭੋਲੇ ਆ ਹਨਾ ਔਰ ਜਿਹੜੀ ਪੋਲੀਟੀਕਲ ਚੀਜ਼ਾਂ ਉਹਨਾਂ ਦੇ ਨਾਲ ਉਦੋਂ ਪੋਲਿਟਿਕਸ ਖੇਡੀ ਗਈ ਹੈ ਕਿਸ ਤਰੀਕੇ ਦੇ ਨਾਲ ਬੈਰੀਕੇਡ ਤੋੜੇ ਗਏ ਨੇ ਔਰ ਕਿਸ ਤਰੀਕੇ ਦੇ ਨਾਲ ਸਾਡੇ ਯੂਥ ਨੂੰ ਭੜਕਾਇਆ ਗਿਆ ਹੈ ਮੈਨੂੰ ਇਹ ਨਹੀਂ ਸਮਝ ਲੱਗੀ ਵੀ ਕਿੱਥੋਂ ਲਾਲ ਕਿਲੇ ਦੀ ਗੱਲ ਆ ਗਈ ਕਿੱਥੋਂ ਦਿੱਲੀ ਜਿੱਤਣ ਦੀ ਗੱਲ ਆ ਗਈ ਕਿੱਥੋਂ ਨਿਸ਼ਾਨ ਸਾਹਿਬ ਦੀ ਗੱਲ ਆ ਗਈ ਗੱਲ ਸਾਡੀ ਕਿਸਾਨੀ ਝੰਡੇ ਦੀ ਹੋ ਰਹੀ ਹੈ ਗੱਲ ਸਾਡੀ 3 ਬਿੱਲਾਂ ਦੀ ਹੋ ਰਹੀ ਹੈ ਬਿੱਲ ਉਵੇਂ ਦੇ ਉਵੇਂ ਪਏ ਆ ਸਾਡੇ ਬਜ਼ੁਰਗ ਸਾਡੇ ਭਰਾ ਜੇਲ੍ਹਾਂ ਦੇ ਅੰਦਰ ਕਰ ਦਿੱਤੇ ਗੱਦਾਰ ਕਹਿ ਕੇ ਹੈ ਉੱਤੋਂ ਕਹਿਤਾ ਵੀ ਅਸੀਂ ਝੰਡੇ ਦਾ ਅਪਮਾਨ ਕੀਤਾ ਹੈ ਉੱਤੋਂ ਸਾਡੇ ਨਿਸ਼ਾਨ ਸਾਹਿਬ ਦੀ ਵੀ ਇਹਨਾਂ ਨੇ ਬੇਕਦਰੀ ਕਰਕੇ ਉਹਨੂੰ ਉਸੇ ਟਾਈਮ ਆਈ ਥਿੰਕ 2 ਘੰਟਿਆਂ ਬਾਅਦ ਹੀ ਲਾ ਕੇ ਥੱਲੇ ਰੱਖਤਾ ਪਰ ਮੈਨੂੰ ਨਹੀਂ ਲੱਗਦਾ ਵੀ ਉਹ ਚੀਜ਼ ਮਰਿਆਦਾ ਦੇ ਵਿੱਚ ਹੋਈ ਹੈ ਜੋ ਉੱਤੇ ਹੋਈ ਹੈ ਠੀਕ ਹੈ ਉਹ ਕਿਸ ਏਜੰਡੇ ਦੇ ਨਾਲ ਕਿਵੇਂ ਭੜਕਾ ਕੇ ਸਾਰੀਆਂ ਚੀਜ਼ਾਂ ਕਰਕੇ ਹੋਈ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਨਿਸ਼ਾਨ ਸਾਹਿਬ ਉੱਤੇ ਛੁਡਾਉਣ ਦੀ ਗੱਲ ਆਉਂਦੀ ਹੀ ਨਹੀਂ ਸੀਗੀ ਇਹ ਲੋਕੀ ਜਿਹੜੇ ਕਲੀਨ ਸ਼ੇਵ ਕਰਕੇ ਸਿਰ ਦੇ ਉੱਤੇ ਪੰਨਾ ਨਹੀਂ ਕਦੀ ਜ਼ਿੰਦਗੀ 'ਚ ਬੰਨਿਆ ਅੱਜ ਆ ਕੇ ਦੱਸਣਗੇ ਸਾਡੇ ਪੰਜਾਬ ਦੇ ਵਿੱਚ ਕਿ ਸਿੱਖੀਜ਼ਮ ਨੂੰ ਉਹ ਪ੍ਰਮੋਟ ਕਰਦੇ ਨੇ ਸਿੱਖੀਜ਼ਮ ਦੀ ਉਹ ਰਿਸਪੈਕਟ ਕਰਦੇ ਨੇ ਇਹ ਠੇਕੇਦਾਰ ਨੇ ਸਿੱਖੀਜ਼ਮ ਦੇ ਬਸ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਉਹ ਸੋਸ਼ਲ ਮੀਡੀਆ ਤੇ ਜਿਹੜੇ ਲੋਕੀ ਗਾਲਾਂ ਕੱਢਦੇ ਉਹ ਫੋਰਨ ਕੰਟਰੀਜ਼ ਦੇ ਵਿੱਚ ਜਿਹੜੇ ਬੈਠੇ ਲੋਕੀ ਆ ਨਾ ਉਹਨਾਂ ਨੂੰ ਕਹੋ ਕਿ ਗਰਾਊਂਡ ਲੈਵਲ ਤੇ ਇੱਥੇ ਆ ਕੇ ਗੱਲ ਕਰਨ ਆਪਣਾ ਪਾਸਪੋਰਟ ਛੱਡ ਕੇ ਇੱਥੇ ਪੰਜਾਬ ਦੇ ਵਿੱਚ ਗੱਲ ਕਰਨ ਆ ਕੇ ਗ੍ਰੀਨ ਕਾਰਡ ਹੋਲਡਰ ਬਣ ਕੇ ਉੱਥੇ ਗੱਲਾਂ ਨਾ ਕਰਨ ਸਾਡੇ ਪੰਜਾਬ ਨੂੰ ਸਾੜਨ ਦੀਆਂ ਗੱਲਾਂ ਨਾ ਕਰਨ ਮੈਂ ਆਪਣਾ ਕਰੀਅਰ ਛੱਡਤਾ ਸਭ ਕੁਝ ਛੱਡਤਾ ਸਾਰਾ ਕੁਝ ਛੱਡ ਕੇ ਮੈਂ ਕਿਸਾਨੀ ਅੰਦੋਲਨ ਦੇ ਵਿੱਚ ਬੈਠੀ ਹਾਂ ਮੈਂ ਵੀ ਬਾਕੀਆਂ ਵਾਂਗੂ ਇੱਥੇ ਬੈਠੀ ਆਪਣਾ ਜਿਮ ਜਾ ਰਹੀ ਹੁੰਦੀ ਆਪਣੀ ਸਕਿਨ ਦੀ ਕੇਅਰ ਕਰਦੀ ਮੈਂ ਆਪਣੀ ਸ਼ੂਟਿੰਗਸ ਖਤਮ ਕਰ ਰਹੀ ਹੁੰਦੀ ਪੈਸੇ ਕਮਾ ਰਹੀ ਹੁੰਦੀ ਮੈਨੂੰ ਕੀ ਸੋਰਸ ਆਫ ਇਨਕਮ ਆ ਮੈਨੂੰ ਇਹ ਦੱਸੋ ਕੋਈ ਸੋਰਸ ਆਫ ਇਨਕਮ ਨਹੀਂ ਸਿਵਾਏ ਮੇਰੇ ਕਿੱਤੇ ਤੋਂ ਉਹ ਛੱਡ ਕੇ ਮੈਂ ਇਹਨਾਂ ਕਰਕੇ ਬੈਠੀ ਹਾਂ ਮੈਨੂੰ ਲੱਗਦਾ ਹੈ ਵੀ ਜਿਹੜੀ ਆਪਾਂ ਰੋਟੀ ਖਾਣੇ ਨਾ ਕਮ ਸੇ ਕਮ ਸਾਨੂੰ ਅੰਨਦਾਤਾ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਇਸ ਕਰਕੇ ਮੈਂ ਉੱਥੇ ਬੈਠੀ ਹਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਮੈਂ ਹਾਂ ਅਰੁਣ ਕਿਸਾਨ ਅੰਦੋਲਨ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਅੱਜ ਕਿਸ ਮੁਕਾਮ ਤੇ ਪਹੁੰਚ ਚੁੱਕਿਆ ਤੇ ਪੰਜਾਬ ਬਾਰੇ ਜਿਹੜੀਆਂ ਗੱਲਾਂ ਹੁਣ ਤੋਂ ਕੁਝ ਮਹੀਨੇ ਪਹਿਲਾਂ ਚੱਕੀਆਂ ਜਾ ਰਹੀਆਂ ਸੀ ਕਿ ਜਿਹੜੇ ਪੰਜਾਬ ਦੇ ਨੌਜਵਾਨ ਨੇ ਨਸ਼ੇ ਦੀ ਭੇਟ ਚੜ੍ਹਦੇ ਜਾ ਰਹੇ ਨੇ ਰੋਜ਼ ਜਿਹੜੀਆਂ ਸੁਰਖੀਆਂ ਸੀਗੀਆਂ ਨੌਜਵਾਨਾਂ ਦੀਆਂ ਖਬਰਾਂ ਨਾਲ ਜਿਹੜੀਆਂ ਨਸ਼ੇ ਨਾਲ ਮੌਤ ਹੋਣ ਨਾਲ ਇੱਕ ਤੁਸੀਂ ਚੀਜ਼ ਦੇਖੋ ਜਿਹੜੀ ਅੱਜ ਜਿਹੜਾ ਪੰਜਾਬ ਇਸ ਸਮੇਂ ਇਕੱਠਾ ਹੋਇਆ ਹਰੇਕ ਵਰਗ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰ ਰਿਹਾ ਸਾਡੇ ਨਾਲ ਇੱਕ ਬੇਮਿਸਾਲ ਸ਼ਖਸੀਅਤ ਨੇ ਜਿਹੜੀ ਮਾਈ ਭਾਗੋ ਦੀ ਵਾਰਿਸ ਅਸੀਂ ਕਹਿ ਸਕਦੇ ਹਾਂ ਉਹਨਾਂ ਨੂੰ ਜਿਹੜੇ ਪਹਿਲੇ ਦਿਨ ਤੋਂ ਜਿਹੜਾ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਨੇ ਅੱਜ ਵੀ ਸੋਹਾਣਾ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਵਿਖੇ ਮੌਜੂਦ ਆ ਜਿੱਥੇ ਡੇਲੀ ਕਿਸਾਨ ਜਿਹੜੇ ਆਗੂ ਨੇ ਨੌਜਵਾਨ ਨੇ ਮੋਹਾਲੀ ਦੇ ਪ੍ਰੋਟੈਸਟ ਕਰਦੇ ਨੇ ਇਸ ਪ੍ਰੋਟੈਸਟ ਦਾ ਅੱਜ ਹਿੱਸਾ ਬਣਨ ਆਏ ਸੀ ਅਸੀਂ ਗੱਲਬਾਤ ਕਰਾਂਗੇ ਮੇਰੀ ਮੁਰਾਦ ਹੈ ਸੋਨੀਆ ਮਾਨ ਜੀ ਸਵਾਗਤ ਹੈ ਜੀ ਹਮਦਰ ਟੀਵੀ ਤੇ ਸਤਿ ਸ਼੍ਰੀ ਅਕਾਲ ਤੁਸੀਂ ਕੀ ਕਹੋਗੇ ਤੁਸੀਂ ਸ਼ੁਰੂ ਤੋਂ ਇਮੋਸ਼ਨਲ ਤੌਰ ਤੇ ਜਿਹੜਾ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਸੀਗੇ ਪੰਜਾਬ ਦੀ ਅੱਜ ਤੋਂ ਜੇ 6 ਮਹੀਨੇ ਪਹਿਲਾਂ ਦੀ ਤਸਵੀਰ ਦੇਖੀਏ ਕੁਝ ਹੋਰ ਸੀ ਅੱਜ ਕੁਝ ਹੋਰ ਹੈ ਕੀ ਕਹੋਗੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਇੰਨੀ ਅਵੇਅਰਨੈਸ ਹੈ ਸਾਡੇ ਯੂਥ ਦੇ ਵਿੱਚ ਕਿਸਾਨ ਅੰਦੋਲਨ ਨੂੰ ਲੈ ਕੇ ਔਰ ਵੱਧ ਚੜ੍ਹ ਕੇ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਔਰ ਜਿਹੜੀ ਸੱਚਾਈ ਸਾਰਿਆਂ ਨੂੰ ਦਿਖਦੀ ਹੈ ਅੱਖਾਂ ਖੋਲ੍ਹ ਕੇ ਔਰ ਕੰਨ ਖੋਲ੍ਹ ਕੇ ਸੁਣਨੀ ਚਾਹੀਦੀ ਹੈ ਔਰ ਦਿਮਾਗ ਦੇ ਨਾਲ ਚੱਲਣਾ ਚਾਹੀਦਾ ਹੈ ਐਟਲੀਸਟ ਇਕੱਲਾ ਦਿਲ ਤੋਂ ਨਹੀਂ ਚੱਲਣਾ ਚਾਹੀਦਾ ਇਮੋਸ਼ਨਲ ਹੋ ਕੇ ਨਹੀਂ ਸੋਚਣਾ ਚਾਹੀਦਾ ਔਰ ਕਿਸੇ ਵੀ ਪੱਖ ਤੋਂ ਇਹ ਸੋਚਣਾ ਚਾਹੀਦਾ ਵੀ ਅਸੀਂ ਕਿਸਾਨੀ ਝੰਡੇ ਦੀ ਗੱਲ ਕਰਨ ਵਾਸਤੇ ਆਏ ਅਸੀਂ ਆਪਣੀ 3 ਬਿੱਲਾਂ ਦੀ ਗੱਲ ਕਰਨ ਵਾਸਤੇ ਆਏ ਬਸ ਅਸੀਂ ਆਪਣੇ ਮੁੱਦੇ ਤੋਂ ਨਾ ਭਟਕੀਏ ਉਸੇ ਮੁੱਦੇ ਦੇ ਉੱਤੇ ਰਹੀਏ ਔਰ ਉਸੇ ਮੁੱਦੇ ਦੇ ਉੱਤੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਰੀਏ ਔਰ ਜੇ ਕੋਈ ਗਲਤ ਅਫਵਾਹਾਂ ਵੀ ਫੈਲਾਉਂਦਾ ਹੈ ਤੇ ਉਹਨੂੰ ਅਸੀਂ ਜਵਾਬ ਦਈਏ ਸੋਨੀਆ ਜੀ ਬਹੁਤ ਸਾਰੇ ਰੂਪ ਲਏ ਨੇ ਇਸ ਕਿਸਾਨ ਅੰਦੋਲਨ ਨੇ 26 ਤਰੀਕ ਦੀ ਜਿਹੜੀ ਘਟਨਾ ਤੋਂ ਬਾਅਦ ਬਹੁਤ ਇੱਕ ਤਰ੍ਹਾਂ ਦਾ ਲਾਂਛਨ ਲੱਗਿਆ ਸੀਗਾ ਕਿਸਾਨ ਅੰਦੋਲਨ ਦੇ ਉੱਤੇ ਲੋਕ ਮਾਯੂਸ ਵੀ ਹੋਏ ਸੀ ਉਸ ਚੀਜ਼ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕੇਸਰੀ ਝੰਡਾ ਉੱਥੇ ਲਹਿਰਾਇਆ ਗਿਆ ਉਹ ਤੁਸੀਂ ਵੀ ਮੰਨਦੇ ਹੋ ਵੀ ਉਹ ਮਰਿਆਦਾ 'ਚ ਨਹੀਂ ਸੀਗਾ ਉਹ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਉਸ ਘਟਨਾ ਨੂੰ ਵੇਖੋ ਸਾਡੇ ਕਿਸਾਨ ਜਿਹੜੇ ਆ ਨਾ ਉਹ ਬਹੁਤ ਭੋਲੇ ਆ ਹਨਾ ਔਰ ਜਿਹੜੀ ਪੋਲੀਟੀਕਲ ਚੀਜ਼ਾਂ ਉਹਨਾਂ ਦੇ ਨਾਲ ਉਦੋਂ ਪੋਲਿਟਿਕਸ ਖੇਡੀ ਗਈ ਹੈ ਮੈਂ ਤੇ ਖੁਦ 26 ਤਰੀਕ ਨੂੰ ਆਪਣੇ ਅੱਖੀ ਦੇਖਿਆ ਹੈ ਸਾਰਾ ਕੁਝ ਮੈਂ ਅੰਦੋਲਨ 'ਚ ਸੀਗੀ ਔਰ ਮੈਂ ਕਿਸਾਨ ਜਥੇਬੰਦੀਆਂ ਦੇ ਨਾਲ ਗੱਡੀ 'ਚ ਅੱਗੇ ਸੀਗੀ ਔਰ ਕਿਸ ਤਰੀਕੇ ਦੇ ਨਾਲ ਬੈਰੀਕੇਡ ਤੋੜੇ ਗਏ ਨੇ ਔਰ ਕਿਸ ਤਰੀਕੇ ਦੇ ਨਾਲ ਸਾਡੇ ਯੂਥ ਨੂੰ ਭੜਕਾਇਆ ਗਿਆ ਹੈ ਇਹ RSS ਦੇ ਕੁਝ ਵਿੱਚ ਬੰਦੇ ਭੇਜੇ ਗਏ ਸੀਗੇ ਮੈਨੂੰ ਇਹ ਨਹੀਂ ਸਮਝ ਲੱਗੀ ਵੀ ਕਿੱਥੋਂ ਲਾਲ ਕਿਲੇ ਦੀ ਗੱਲ ਆ ਗਈ ਕਿੱਥੋਂ ਦਿੱਲੀ ਜਿੱਤਣ ਦੀ ਗੱਲ ਆ ਗਈ ਕਿੱਥੋਂ ਨਿਸ਼ਾਨ ਸਾਹਿਬ ਦੀ ਗੱਲ ਆ ਗਈ ਗੱਲ ਸਾਡੀ ਕਿਸਾਨੀ ਝੰਡੇ ਦੀ ਹੋ ਰਹੀ ਹੈ ਗੱਲ ਸਾਡੀ 3 ਬਿੱਲਾਂ ਦੀ ਹੋ ਰਹੀ ਹੈ ਨਿਸ਼ਾਨ ਸਾਹਿਬ ਉੱਥੇ ਚੜਾਉਣ ਦਾ ਮਤਲਬ ਨਿਸ਼ਾਨ ਸਾਹਿਬ ਨੂੰ ਅਸੀਂ ਰਿਸਪੈਕਟ ਕਰਦੇ ਹਾਂ ਦਿਲੋਂ ਹਨਾ ਨਿਸ਼ਾਨ ਸਾਹਿਬ ਮੈਨੂੰ ਲੱਗਦਾ ਵੀ ਆਪਾਂ ਪਹਿਲਾਂ ਅਰਦਾਸ ਪੜ੍ਹਦੇ ਹਾਂ ਪਾਠ ਕਰਦੇ ਹਾਂ ਹਨਾ ਪ੍ਰੋਪਰ ਬਹੁਤ ਰਿਸਪੈਕਟਫੁਲ ਚੀਜ਼ ਆ ਸਾਡੇ ਸਿੱਖੀਜ਼ਮ ਵਾਸਤੇ ਤਦ ਆਪਾਂ ਨਿਸ਼ਾਨ ਸਾਹਿਬ ਚਲਾਉਂਦੇ ਹਾਂ
ਜੀ ਜ਼ਬਰਦਸਤੀ ਕਿਤੇ ਚੜਾ ਕੇ ਨਹੀਂ ਆਂਦੇ। ਇਹ ਤੇ ਇਹਨਾਂ ਨੇ ਇਹੋ ਜੀ ਗੱਲ ਕੀਤੀ ਵੀ ਜਿਵੇਂ ਪਿਛਲੇ ਜ਼ਮਾਨੇ ਦੇ ਵਿੱਚ ਹੁੰਦਾ ਨਹੀਂ ਸੀਗਾ ਕਿ ਕਿਲਾ ਫਤਿਹ ਕਰਨ ਵਾਸਤੇ ਕਿਸੇ ਨੇ ਝੰਡਾ ਲਾਤਾ ਵੀ ਆਪਾਂ ਤੇ ਜਿੱਤ ਗਏ, ਜਾਂ ਤੇ ਫਿਰ ਸਾਨੂੰ ਮੋਦੀ ਸਰਕਾਰ ਨੇ ਇਹ ਕਿਹਾ ਹੁੰਦਾ ਵੀ ਤੁਸੀਂ ਉੱਥੇ ਜਾ ਕੇ ਆਪਣਾ ਨਿਸ਼ਾਨ ਸਾਹਿਬ ਚੜਾ ਦਿਓ ਤੇ ਤੁਹਾਡੇ ਬਿੱਲ ਰੱਦ ਕਰ ਦਾਂਗੇ। ਇਹ ਜਿਹਾ ਕੋਈ ਸਾਨੂੰ ਚੈਲੰਜ ਦਿੱਤਾ ਹੁੰਦਾ। ਚੈਲੰਜ ਤੇ ਸਾਡਾ ਕੁਝ ਉਹਨਾਂ ਨੇ ਦਿੱਤਾ ਨਹੀਂ ਸੀਗਾ। ਬਿੱਲ ਉਵੇਂ ਦੇ ਉਵੇਂ ਪਏ ਆ। ਸਾਡੇ ਬਜ਼ੁਰਗ ਸਾਡੇ ਭਰਾ ਜੇਲ੍ਹਾਂ ਦੇ ਅੰਦਰ ਕਰ ਦਿੱਤੇ ਗੱਦਾਰ ਕਹਿ ਕੇ ਹੈ। ਉੱਤੋਂ ਕਹਿਤਾ ਵੀ ਅਸੀਂ ਝੰਡੇ ਦਾ ਅਪਮਾਨ ਕੀਤਾ ਹੈ। ਉੱਤੋਂ ਸਾਡੇ ਨਿਸ਼ਾਨ ਸਾਹਿਬ ਦੀ ਵੀ ਇਹਨਾਂ ਨੇ ਬੇਕਦਰੀ ਕਰਕੇ ਉਹਨੂੰ ਉਸੇ ਟਾਈਮ ਆਈ ਥਿੰਕ 2 ਘੰਟਿਆਂ ਬਾਅਦ ਹੀ ਲਾ ਕੇ ਥੱਲੇ ਰੱਖਤਾ। ਫਿਰ ਇਹ ਕਿੱਥੋਂ ਨਿਸ਼ਾਨ ਸਾਹਿਬ ਦੀ ਗੱਲ, ਮਤਲਬ ਇਹ ਕਿਹੜੇ ਬੰਨਿਓ ਰਿਸਪੈਕਟ ਦੀ ਗੱਲ ਜੇ ਆਪਾਂ ਵੇਖੀਏ, ਜਿਹੜੇ ਲੋਕੀ ਅੱਜ ਗੱਲਾਂ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਸੋਨੀਆ ਜੀ ਤੁਸੀਂ ਨਿਸ਼ਾਨ ਸਾਹਿਬ ਦੇ ਖਿਲਾਫ ਗੱਲ ਕਰ ਰਹੇ ਹੋ। ਮੈਂ ਨਿਸ਼ਾਨ ਸਾਹਿਬ ਦੇ ਖਿਲਾਫ ਗੱਲ ਨਹੀਂ ਕਰ ਰਹੀ, ਮੈਂ ਇਹ ਗੱਲ ਕਰ ਰਹੀ ਹਾਂ ਕਿ ਰਿਸਪੈਕਟਫੁਲੀ ਕੋਈ ਵੀ ਚੀਜ਼ ਹੁੰਦੀ ਹੈ, ਉਹਦੀ ਮਰਿਆਦਾ ਹੁੰਦੀ ਹੈ ਕਿਸੇ ਵੀ ਚੀਜ਼ ਦੀ। ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ, ਪੈਰ ਜੁੱਤੀ ਲਾ ਕੇ ਸਿਰ ਢੱਕ ਕੇ ਅੰਦਰ ਮੱਥਾ ਟੇਕ ਕੇ ਜਾਂਦੇ ਆ। ਕਈ ਲੋਕੀ ਤੇ ਇਹ ਸੋਚਦੇ ਆਪਾਂ ਨਹਾਤੇ ਬਗੈਰ ਗੁਰਦੁਆਰਾ ਸਾਹਿਬ ਨਹੀਂ ਜਾਵਾਂਗੇ, ਹਨਾ, ਆਪਾਂ ਚਿਕਨ ਖਾ ਕੇ ਨਹੀਂ ਜਾਵਾਂਗੇ, ਆਪਾਂ ਨਾਨ ਵੈਜ ਖਾ ਕੇ ਨਹੀਂ ਜਾਵਾਂਗੇ। ਆਪਾਂ ਇੱਕ ਮਰਿਆਦਾ ਰੱਖਦੇ ਆ, ਸਾਡੀ ਇੱਕ ਧਰਮ ਦੀ ਮਰਿਆਦਾ ਆ ਮੈਂ ਕਹਿੰਦੀ ਆ। ਪਰ ਮੈਨੂੰ ਨਹੀਂ ਲੱਗਦਾ ਵੀ ਉਹ ਚੀਜ਼ ਮਰਿਆਦਾ ਦੇ ਵਿੱਚ ਹੋਈ ਹੈ ਜੋ ਉੱਥੇ ਹੋਈ ਹੈ। ਠੀਕ ਹੈ, ਉਹ ਕਿਸ ਏਜੰਡੇ ਦੇ ਨਾਲ ਕਿਵੇਂ ਭੜਕਾ ਕੇ ਸਾਰੀਆਂ ਚੀਜ਼ਾਂ ਕਰਕੇ ਹੋਈ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਨਿਸ਼ਾਨ ਸਾਹਿਬ ਉੱਤੇ ਚੜਾਉਣ ਦੀ ਗੱਲ ਆਉਂਦੀ ਹੀ ਨਹੀਂ ਸੀਗੀ। ਜਦੋਂ ਸਾਡਾ ਤਿਰੰਗਾ ਝੂਲ ਰਿਹਾ ਸੀਗਾ, ਤਿਰੰਗੇ ਦੇ ਵਿੱਚ ਪਹਿਲਾ ਰੰਗ ਕੇਸਰੀ ਰੰਗ ਹੈ, ਉਹ ਸਾਡੇ ਸਿੱਖੀਜ਼ਮ ਨੂੰ ਪ੍ਰਤੀਕ ਕਰਦਾ ਆ। ਉਹ ਜੇ ਗੱਲ ਕਰਨ ਸੰਤਾਂ ਦੀ, ਮੈਂ ਸੰਤਾਂ ਦੀ ਮੈਂ ਮੇਜਰ ਜਨਰਲ ਸ਼ਬੇਕ ਸਿੰਘ ਮੇਰੇ ਸਕੇ ਮਾਸਟਰ ਜੀ ਸੀਗੇ, ਮੈਂ ਜਿੰਨੇ ਕਰੀਬ ਉਹਨਾਂ ਨੂੰ ਜਾਣਦੀ ਹਾਂ, ਮੈਂ ਜਿੰਨੀ ਉਹਨਾਂ ਦੀ ਰਿਸਪੈਕਟ ਕਰਦੀ ਹਾਂ, ਮੈਨੂੰ ਨਹੀਂ ਲੱਗਦਾ ਵੀ ਇਹ ਲੋਕੀ ਜਿਹੜੇ ਅੱਜ ਅੱਗੇ ਆ ਕੇ ਗੱਲਾਂ ਕਰ ਰਹੇ ਕਿਤੇ ਉਹਨਾਂ ਦੀ ਪੀੜ੍ਹੀ ਨੂੰ ਵੀ ਜਾਣਦੇ ਹੋਣਗੇ, ਜਾਂ ਉਹਨਾਂ ਨੂੰ ਮਿਲੇ ਵੀ ਹੋਣਗੇ, ਜਾਂ ਉਹਨਾਂ ਦੀ ਜੁੱਤੀ ਦੇ ਸਮਾਨ ਵੀ ਹੋਣਗੇ। ਇਹ ਲੋਕੀ, ਇਹ ਉਹਨਾਂ ਦੀ ਜੁੱਤੀ ਦੇ ਸਮਾਨ ਵੀ ਨਹੀਂਗੇ। ਇਹ ਲੋਕੀ ਸੰਤਾਂ ਜੀ, ਸੰਤ ਕਹਿੰਦੇ ਸੀਗੇ ਧੀ ਭੈਣ ਦੀ ਇੱਜ਼ਤ ਕਰੋ, ਮਰਿਆਦਾ 'ਚ ਰਹੋ। ਇਹ ਲੋਕੀ ਤੇ ਗਾਲਾਂ ਕੱਢਦੇ ਨੇ। ਇਹ ਲੋਕੀ ਜਿਹੜੇ ਕਲੀਨ ਸ਼ੇਵ ਕਰਕੇ ਸਿਰ ਦੇ ਉੱਤੇ ਪੰਨਾ ਨਹੀਂ ਕਦੀ ਜ਼ਿੰਦਗੀ 'ਚ ਬੰਨਿਆ, ਅੱਜ ਆ ਕੇ ਦੱਸਣਗੇ ਸਾਡੇ ਪੰਜਾਬ ਦੇ ਵਿੱਚ ਕਿ ਸਿੱਖੀਜ਼ਮ ਨੂੰ ਉਹ ਪ੍ਰਮੋਟ ਕਰਦੇ ਨੇ, ਸਿੱਖੀਜ਼ਮ ਦੀ ਉਹ ਰਿਸਪੈਕਟ ਕਰਦੇ ਨੇ। ਇਹ ਠੇਕੇਦਾਰ ਨੇ ਸਿੱਖੀਜ਼ਮ ਦੇ। ਅਸੀਂ ਸਿੱਖ ਫੈਮਿਲੀ ਨੂੰ ਨਹੀਂ ਬਿਲੋਂਗ ਕਰਦੇ। ਅਸੀਂ ਆਪਣੀ, ਮੈਂ ਇਹ ਮੰਨਦੀ ਹਾਂ ਵੀ ਆਪਾਂ ਨੂੰ ਕੋਈ ਵੀ ਚੀਜ਼ ਆਪਣੀ ਮਰਿਆਦਾ ਦੇ ਵਿੱਚ ਰਹਿ ਕੇ ਕਰਨੀ ਚਾਹੀਦੀ ਆ। ਔਰ ਇਹ ਗੱਲ ਸੰਤਾਂ ਨੇ ਵੀ ਕਹੀ ਸੀਗੀ ਕਿ ਸਾਡੇ ਤਿਰੰਗੇ ਦਾ ਜਿਹੜਾ ਪਹਿਲਾ ਰੰਗ ਆ ਉਹ ਸਾਡੇ ਸਿੱਖੀਜ਼ਮ ਨੂੰ ਪ੍ਰਤੀਕ ਹੁੰਦਾ ਆ। ਉਹ ਤਿਰੰਗਾ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਦੇਣ ਹੈ, ਊਧਮ ਸਿੰਘ ਦੀ ਦੇਣ ਹੈ। ਸਾਡੇ ਸਿੱਖੀਜ਼ਮ ਦੇ ਵਿੱਚੋਂ ਹੀ ਉਹ ਯੋਧੇ ਗਏ ਸੀਗੇ। ਇਹ ਕੌਣ ਹੁੰਦੇ ਆ ਸਾਨੂੰ ਡਿਵਾਈਡ ਕਰਨ ਵਾਲੇ? ਇਹ ਕੌਣ ਹੁੰਦੇ ਆ? ਇਹ ਗੱਲਾਂ ਜਿਹੜੀਆਂ ਨਾ ਆਪਾਂ ਨੂੰ ਨਾ, ਮੈਨੂੰ ਲੱਗਦਾ ਆਪਣੇ ਯੂਥ ਨੂੰ ਨਾ ਡੀਪਲੀ ਸਟੱਡੀ ਕਰਨੀਆਂ ਚਾਹੀਦੀਆਂ ਆ। ਉਹਦੇ ਬਾਰੇ ਗੱਲ ਕਰਨੀ ਚਾਹੀਦੀ ਆ, ਆਪਣੀ ਫੈਮਿਲੀ ਦੇ ਵਿੱਚ ਬੈਠ ਕੇ ਗੱਲ ਕਰਨੀ ਚਾਹੀਦੀ ਆ। ਇਹ ਮਤਲਬ ਇਮੋਸ਼ਨਲੀ ਲੈ ਕੇ ਨਾ ਅੱਖਾਂ ਬੰਦ ਕਰਕੇ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਕਿਉਂਕਿ ਬਹੁਤ ਸਾਰੇ ਲੋਕੀ ਤੁਹਾਨੂੰ ਇਮੋਸ਼ਨਲ ਕਰਕੇ ਧਰਮ ਦੇ ਨਾਂ ਦੇ ਉੱਤੇ ਤੁਹਾਨੂੰ ਅੰਦਰ ਕਰ ਦੇਣਗੇ। ਇਹ ਪੋਲੀਟੀਕਲ ਸਿਸਟਮ ਦਾ ਕੰਮ ਆ। ਇਹ RSS ਨੀਤੀ ਵੀ ਹੈ ਕਿ ਇੱਕ ਪੋਲੀਟੀਕਲ ਏਜੰਡੇ ਤੇ ਲੜਾਈ ਕਰਵਾਉਣੀ। ਠੀਕ ਹੈ, ਇਹ ਤੁਹਾਨੂੰ ਆਪ ਨੂੰ ਆਪਣੇ ਆਪ ਦੀ ਸਮਝ ਹੋਣੀ ਚਾਹੀਦੀ। ਹੁਣ ਮੈਨੂੰ ਤੇ ਕਿਸੇ ਨੇ ਆ ਗੱਲਾਂ ਸਿਖਾਈਆਂ ਨਹੀਂ, ਨਾ ਮੈਨੂੰ ਦੱਸੀਆਂ। ਮੈਂ ਖੁਦ ਸਟੱਡੀ ਕੀਤੀ ਹੈ, ਮੈਂ ਪੜ੍ਹਿਆ, ਮੈਂ ਉਹਨਾਂ ਦੀਆਂ ਵੀਡੀਓਜ਼ ਵੀ ਦੇਖੀਆਂ, ਮੈਂ ਆਪਣੇ ਮੰਮਾ ਨੂੰ ਵੀ ਪੁੱਛਿਆ, ਮੈਂ ਆਪਣੇ ਮਾਸਟਰ ਜੀ ਦੇ ਬ੍ਰਦਰ ਨੂੰ ਵੀ ਪੁੱਛਿਆ ਵੀ ਉਹਨਾਂ ਦੀ ਕੀ ਨੀਤੀ ਸੀਗੀ, ਉਹ ਕੀ ਸੋਚਦੇ ਸੀਗੇ। ਸਾਰਾ ਕੁਝ ਜੋ ਉਹਨਾਂ ਨੇ ਪਰਸਨਲ ਐਕਸਪੀਰੀਅੰਸ ਕੀਤਾ, ਆਈ ਡੋਂਟ ਥਿੰਕ ਸੋ ਕਿ ਇਹਨਾਂ ਨੇ ਕੀਤਾ ਹੋਊਗਾ। ਸੋ ਮੈਂ ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਉਹਨਾਂ ਤੋਂ ਸਿੱਖਦੀ ਹਾਂ, ਜੋ ਉਹਨਾਂ ਤੋਂ ਮੈਨੂੰ ਮਿਲਦੀਆਂ ਨੇ ਸਾਰਿਆਂ ਬਾਰੇ, ਮੇਰੇ ਫਾਦਰ ਸਾਹਿਬ ਜੀ ਕਾਮਰੇਡ ਸੀਗੇ। ਉਹ ਕਾਮਰੇਡ, ਮੈਨੂੰ ਕਹਿੰਦੇ ਕਾਮਰੇਡ ਦੀ ਕੁੜੀ, ਮੈਂ ਕਹਿੰਦੀ ਹਾਂ ਬਾਬਾ ਨਾਨਕ ਵੀ ਕਾਮਰੇਡ ਕਹਿੰਦੇ ਸੀਗੇ ਉਹਨਾਂ ਨੂੰ। ਉਹ ਵੀ ਕਹਿੰਦੇ ਸੀਗੇ ਹਰ ਇੱਕ ਧਰਮ ਦੀ ਰਿਸਪੈਕਟ ਕਰੋ। ਤੇ ਫਿਰ ਮੈਂ ਬਾਬੇ ਨਾਨਕ ਦੀ ਧੀ ਹਾਂ। ਜੇ ਅੱਜ ਮੈਂ ਮਾਈ ਭਾਗੋ ਨਿਵਾਸ ਖੋਲ੍ਹਿਆ, ਉੱਥੇ ਬਣਾਇਆ, ਮਾਈ ਭਾਗੋ ਜੀ ਨੇ ਵੀ ਜੰਗ ਲੜੀ ਸੀਗੀ, ਮੈਂ ਉਹਨਾਂ ਦੀ ਰਿਸਪੈਕਟ ਕਰਦੀ, ਉਹਨਾਂ ਦੇ ਨਾਮ ਤੇ ਖੋਲ੍ਹਿਆ। ਅੱਜ ਨਿਹੰਗ ਸਿੰਘ ਮੇਰੇ ਨਾਲ ਇੰਨਾ ਪਿਆਰ ਕਰਦੇ, ਮੈਂ ਉਹਨਾਂ ਦੀ ਵੀ ਮੇਰੇ ਬਾਪੂ ਸਮਝ ਕੇ ਮੈਂ ਉਹਨਾਂ ਦੀ ਸੇਵਾ ਕਰਦੀ ਹਾਂ। ਉਹ ਆਪਣੇ ਘੋੜੇ ਤੇ ਕਿਸੇ ਨੂੰ ਬਹਿਣ ਨਹੀਂ ਦਿੰਦੇ, ਮੈਨੂੰ ਘੋੜੇ ਤੇ ਬਿਠਾ ਕੇ ਸਟੇਜ ਤੱਕ ਲੈ ਕੇ ਜਾਂਦੇ ਆ। ਕਿਉਂ? ਕਿਉਂਕਿ ਉਹ ਮੇਰੇ ਨਾਲ ਪਿਆਰ ਕਰਦੇ ਆ। ਉਹਨਾਂ ਨੂੰ ਮੇਰੇ 'ਚ ਕੁਛ ਨਾ ਕੁਛ ਇਹ ਸਹੀ ਗੱਲ ਦਿਖਦੀ ਹੋਊਗੀ ਨਾ। ਪਰ ਜਿਹੜੇ ਲੋਕੀ ਸੋਸ਼ਲ ਮੀਡੀਆ ਦੇ ਉੱਤੇ ਗਾਲਾਂ ਕੱਢਦੇ ਆ, ਬਸ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਉਹ ਸੋਸ਼ਲ ਮੀਡੀਆ ਤੇ ਜਿਹੜੇ ਲੋਕੀ ਗਾਲਾਂ ਕੱਢਦੇ, ਉਹ ਫੋਰਨ ਕੰਟਰੀਜ਼ ਦੇ ਵਿੱਚ ਜਿਹੜੇ ਬੈਠੇ ਲੋਕੀ ਆ ਨਾ, ਉਹਨਾਂ ਨੂੰ ਕਹੋ ਕਿ ਗਰਾਊਂਡ ਲੈਵਲ ਤੇ ਇੱਥੇ ਆ ਕੇ ਗੱਲ ਕਰਨ, ਆਪਣਾ ਪਾਸਪੋਰਟ ਛੱਡ ਕੇ ਇੱਥੇ ਪੰਜਾਬ ਦੇ ਵਿੱਚ ਗੱਲ ਕਰਨ, ਆ ਕੇ ਗ੍ਰੀਨ ਕਾਰਡ ਹੋਲਡਰ ਬਣ ਕੇ ਉੱਥੇ ਗੱਲਾਂ ਨਾ ਕਰਨ, ਸਾਡੇ ਪੰਜਾਬ ਨੂੰ ਸਾੜਨ ਦੀਆਂ ਗੱਲਾਂ ਨਾ ਕਰਨ। ਇੱਥੇ ਆ ਕੇ ਉੱਥੇ ਸਭ ਕੁਝ ਛੱਡ ਕੇ ਆ ਜਾਣ, ਇੱਥੇ ਰਹਿਣ ਸਾਡੇ ਲੋਕਾਂ ਦੇ ਵਿੱਚ, ਫਿਰ ਆਪਾਂ ਗੱਲ ਕਰੀਏ। ਸਾਡੇ ਪੰਜਾਬ ਨੂੰ ਤੁਸੀਂ ਉੱਥੇ ਕਮੈਂਟ ਕਰਕੇ ਦੰਗੇ ਫਸਾਦ ਕਰਾ ਰਹੇ ਹੋ, ਸਾਡੇ ਮਾਵਾਂ ਦੇ ਪੁੱਤ ਜੇਲ੍ਹਾਂ ਦੇ ਵਿੱਚ ਕਰਾ ਰਹੇ ਹੋ। ਇਹ ਕਿੱਦਾਂ ਦੀ ਇਨਸਾਫੀ ਆ? ਕਿੱਦਾਂ ਦਾ ਇਨਸਾਫ ਹੈ? ਕਈ ਲੋਕੀ ਦੇ ਇਹਦੇ ਵਿੱਚੋਂ ਲੱਖਾਂ ਰੁਪਇਆ, ਕਰੋੜਾਂ ਰੁਪਇਆ ਕਮਾ ਕੇ ਬਹਿ ਜਾਣਗੇ, ਜਿਨ੍ਹਾਂ ਨੂੰ ਫੰਡਿੰਗ ਆਉਂਦੀ ਪਈ ਆ। ਪਰ ਜਿਹੜੀ ਮਾਵਾਂ ਦੇ ਪੁੱਤ ਵਿਚਾਰੇ ਜੇਲ੍ਹਾਂ ਦੇ ਵਿੱਚ ਚਲੇ ਗਏ, ਜਿਨ੍ਹਾਂ ਕੋਲ ਵਕੀਲਾਂ ਨੂੰ ਪੈਸੇ ਦੇਣ ਜੋਗੇ ਨਹੀਂ ਪੈਸੇ ਹੈਗੇ, ਉਹ ਕੀ ਕਰਨਗੇ? ਉਹਨਾਂ ਨੇ ਤੇ ਆਪਣੇ ਪੁੱਤ ਸਾਡੇ ਪਿੱਛੇ ਲਾ ਕੇ, ਸਾਡੀ ਜ਼ਿੰਮੇਵਾਰੀ ਤੇ ਆਪਾਂ ਰੋਜ਼ ਇੱਥੇ ਸਪੀਚਸ 'ਚ ਬੋਲਦੇ ਆ ਤੁਸੀਂ ਕਿਸਾਨ ਅੰਦੋਲਨ ਨੂੰ ਜੁਆਇਨ ਕਰੋ। ਉਹ ਤੇ ਵਿਚਾਰੇ ਉੱਥੇ ਗਏ ਸੀਗੇ ਨਾ, ਉੱਥੇ ਜਾ ਕੇ ਗੱਲਾਂ ਦੇ ਵਿੱਚ ਆ ਗਏ, ਚਲੇ ਗਏ। ਤੇ ਫਿਰ ਉਹਦੇ ਵਿੱਚ ਮੇਰੇ ਅੱਗੇ 2-3 ਮਾਵਾਂ ਆਈਆਂ ਸਟੇਜ ਲਾਗੇ, ਰੋਈਆਂ ਵਿਚਾਰੀਆਂ ਆ ਕੇ ਵੀ ਸਾਡੇ ਪੁੱਤ ਲੱਭ ਨਹੀਂ ਰਹੇ।
ਕਈ ਤੁਸੀਂ ਸੋਚੋ ਹਜੇ ਤੱਕ ਲੱਭ ਨਹੀਂ ਰਹੇ, ਸਾਨੂੰ ਪੇਨ ਆ ਉਹਨਾਂ ਦਾ, ਜੀ ਸਾਨੂੰ ਦੁੱਖ ਆਉਂਦਾ ਤਦ ਮੈਂ ਬੋਲਦੀ ਆ, ਨਹੀਂ ਤੇ ਮੈਨੂੰ ਕੀ ਲੋੜ ਪਈ ਆ, ਮੈਂ ਆਪਣਾ ਕਰੀਅਰ ਛੱਡਤਾ, ਸਭ ਕੁਝ ਛੱਡਤਾ, ਸਾਰਾ ਕੁਝ ਛੱਡ ਕੇ ਮੈਂ ਕਿਸਾਨੀ ਅੰਦੋਲਨ ਦੇ ਵਿੱਚ ਬੈਠੀ ਆ। ਮੈਂ ਵੀ ਬਾਕੀਆਂ ਵਾਂਗੂ ਇੱਥੇ ਬੈਠੀ ਆਪਣਾ ਜਿਮ ਜਾ ਰਹੀ ਹੁੰਦੀ, ਆਪਣੀ ਸਕਿਨ ਦੀ ਕੇਅਰ ਕਰਦੀ, ਮੈਂ ਆਪਣੀ ਸ਼ੂਟਿੰਗਸ ਖਤਮ ਕਰ ਰਹੀ ਹੁੰਦੀ, ਪੈਸੇ ਕਮਾ ਰਹੀ ਹੁੰਦੀ। ਮੈਨੂੰ ਕੀ ਸੋਰਸ ਆਫ ਇਨਕਮ ਆ, ਮੈਨੂੰ ਇਹ ਦੱਸੋ? ਕੋਈ ਸੋਰਸ ਆਫ ਇਨਕਮ ਨਹੀਂ ਸਿਵਾਏ ਮੇਰੇ ਕਿੱਤੇ ਤੋਂ। ਉਹ ਛੱਡ ਕੇ ਮੈਂ ਇੰਨਾ ਕਰਕੇ ਬੈਠੀ ਆ। ਮੈਨੂੰ ਲੱਗਦਾ ਵੀ ਜਿਹੜੀ ਆਪਾਂ ਰੋਟੀ ਖਾਂਦੇ ਨਾ, ਕਮ ਸੇ ਕਮ ਸਾਨੂੰ ਅੰਨਦਾਤਾ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਇਸ ਕਰਕੇ ਮੈਂ ਉੱਥੇ ਬੈਠੀ ਹਾਂ। ਜੀ ਪ੍ਰਸਿੱਧ ਅਦਾਕਾਰ ਹੋਣ ਦੇ ਬਾਵਜੂਦ ਤੁਸੀਂ ਕਿਸਾਨ ਅੰਦੋਲਨ ਨੂੰ ਪਹਿਲੇ ਦਿਨ ਤੋਂ ਸਪੋਰਟ ਕਰ ਰਹੇ ਹੋ, ਤੁਸੀਂ ਖੁਦ ਉੱਥੇ ਅਗਵਾਈ ਕਰ ਰਹੇ ਹੋ, ਤੁਸੀਂ ਉੱਥੇ ਤੁਹਾਨੂੰ ਕੀ ਲੱਗਦਾ ਜਿਹੜੀ 26 ਤਰੀਕ ਦੀ ਤੁਹਾਡੀ ਜਿਹੜਾ ਘਟਨਾਕ੍ਰਮ ਹੈਗਾ, ਤੁਸੀਂ ਉਸ ਬਾਰੇ ਬਿਆਨ ਕਰੋ। ਤਾਂ ਤੁਸੀਂ ਖੁਦ ਉੱਥੇ ਮੌਜੂਦ ਸੀਗੇ, ਤੁਸੀਂ ਖੁਦ ਉੱਥੇ ਗਏ ਸੀਗੇ, ਅਸਲ 'ਚ ਹੋਇਆ ਕੀ ਸੀਗਾ ਜੀ ਉੱਥੇ? ਵੇਖੋ ਸਾਡੀ ਗੱਡੀ ਅੱਗੇ ਚੱਲ ਰਹੀ ਸੀਗੀ, ਮੈਂ ਟਿਕਰੀ ਬਾਰਡਰ ਤੇ ਸੀਗੀ, ਮੈਂ ਟਿਕਰੀ ਬਾਰਡਰ ਦਾ ਬਿਆਨ ਕਰ ਸਕਦੀ ਕਿਉਂਕਿ ਮੈਂ ਸਿੰਘੂ ਨਹੀਂ ਸੀਗੀ। ਟਿਕਰੀ ਬਾਰਡਰ ਤੇ ਸੰਯੁਕਤ ਮੋਰਚਾ ਕਿਸਾਨ ਮੋਰਚਾ ਜਿਹੜਾ ਝੰਡਾ ਹੈ ਨਾ, ਉਹ ਗ੍ਰੀਨ ਕਲਰ ਦਾ ਝੰਡਾ ਆ, ਔਰ ਇਹ ਝੰਡਿਆਂ ਦੇ ਨਾ ਡਿਫਰੈਂਟ ਝੰਡੇ ਨੇ। ਗੁਰਾਇਆ ਜਥੇਬੰਦੀ ਦਾ ਡਿਫਰੈਂਟ ਝੰਡਾ ਆ। ਜਿਹੜੇ ਲੋਕੀ ਉੱਥੇ ਰਹਿੰਦੇ ਆ ਨਾ ਪ੍ਰੋਪਰ, ਉਹਨਾਂ ਨੂੰ ਇਸ ਝੰਡੇ ਦੀ ਡਿਸਕ੍ਰਿਪਸ਼ਨ ਬਾਰੇ ਪਤਾ ਆ। ਹੁਣ ਮੈਨੂੰ ਪਤਾ ਜੋਗਿੰਦਰ ਬਾਪੂ ਉਹਨਾਂ ਦਾ ਝੰਡਾ ਦੂਜਾ ਆ, ਸੰਯੁਕਤ ਮੋਰਚੇ ਦਾ ਝੰਡਾ BKU ਦਾ ਝੰਡਾ ਦੂਜਾ ਆ, ਠੀਕ ਆ। ਔਰ ਜਿਹੜਾ ਗੁਰਾਇਆ ਜਥੇਬੰਦੀ ਦਾ ਰੂਟ ਸੀਗਾ ਨਾ ਉਸ ਦਿਨ, ਉਹ ਦੂਜੇ ਬੰਨਿਓ ਰੂਟ ਸੀਗਾ। ਜਿੱਧਰ ਦੀ ਇੱਧਰ ਦੀ ਸੰਯੁਕਤ ਮੋਰਚਾ ਸੀਗਾ ਨਾ, ਉਧਰਲੇ ਬੰਨੇ BKU ਦੇ ਜ਼ਿਆਦਾ ਝੰਡੇ ਲੱਗੇ ਹੋਏ ਸੀਗੇ ਗ੍ਰੀਨ। ਸਾਡਾ ਮੋਰਚਾ ਜਦੋਂ ਸਟਾਰਟ ਹੋਇਆ ਬੈਰੀਗੇਡ ਹਟ ਕੇ, ਉਹ ਸੜਕ ਖਾਲੀ ਹੋਣੀ ਚਾਹੀਦੀ ਹੈ। ਪਹਿਲੀ ਗੱਲ ਤੇ ਆ ਵੀ ਉਸ ਸੜਕ ਦੇ ਉੱਤੇ ਕੋਈ ਹੋਣਾ ਨਹੀਂ ਚਾਹੀਦਾ। ਬਹੁਤ ਹੀ ਪੀਸਫੁਲ ਤਰੀਕੇ ਦੇ ਨਾਲ ਚੱਲ ਰਿਹਾ ਸੀਗਾ, ਲੋਕੀ ਗੁਲਾਬ ਸੁੱਟ ਰਹੇ ਸੀਗੇ, ਮਤਲਬ ਖਾਣ ਪੀਣ ਦੀਆਂ ਚੀਜ਼ਾਂ ਡਿਸਟ੍ਰੀਬਿਊਟ ਕਰ ਰਹੇ ਸੀਗੇ, ਮਤਲਬ ਐਵੇਂ ਲੱਗ ਰਿਹਾ ਸੀਗਾ ਬਹੁਤ ਵਧੀਆ ਮਾਰਚ ਚੱਲ ਰਿਹਾ। ਉਹ ਸਾਡੇ ਕਿਸੇ ਮੀਡੀਆ ਨੇ ਨਹੀਂ ਦਿਖਾਇਆ ਵੀ ਸਾਡਾ ਮੋਰਚਾ ਇੰਨਾ ਵਧੀਆ, ਸਾਡੀ ਇੰਨੀ ਵਧੀਆ ਪਰੇਡ ਵਾਂਗੂ ਚੱਲ ਰਿਹਾ ਸੀਗਾ ਸਾਰਾ ਕੁਝ। ਅੱਗੇ ਜਾ ਕੇ 1 ਕਿਲੋਮੀਟਰ ਮਤਲਬ ਇੰਨਾ ਫਾਸਲਾ ਸੀਗਾ, 1 ਕਿਲੋਮੀਟਰ ਦੇ ਫਾਸਲੇ ਦੇ ਉੱਤੇ ਕੁਝ ਇੱਕ ਹੋਰ ਲੋਕੀ ਜਾ ਰਹੇ ਸੀਗੇ ਜਿਨ੍ਹਾਂ ਨੇ ਗੁਰਾਇਆ ਜਥੇਬੰਦੀ ਦੇ ਝੰਡੇ ਲਾਏ ਹੋਏ ਸੀਗੇ। ਪਹਿਲਾਂ ਮੈਨੂੰ ਕਨਫਿਊਜ਼ਨ ਹੋਈ, ਮੈਂ ਗੱਲ ਕੀਤੀ ਕਿਸਾਨ ਜਥੇਬੰਦੀ ਲੀਡਰਸ ਨਾਲ, ਮੈਂ ਕਿਹਾ ਗੁਰਾਇਆ ਜਥੇਬੰਦੀ ਦਾ ਰੂਟ ਇਹ ਹੈ? ਉਹ ਕਹਿੰਦੇ ਨਹੀਂ ਬੇਟਾ, ਕਿਉਂਕਿ ਇੰਨਾ ਜ਼ਿਆਦਾ ਹਵੜਾ ਦਵੜੀ ਸੀਗੀ, ਕਹਿੰਦੇ ਉੱਧਰ ਦੀ ਰੂਟ ਹੈ। ਫਿਰ ਉਦੋਂ ਸ਼ੱਕ ਪੈਦਾ ਹੋਇਆ ਸੀਗਾ ਸਾਡਾ ਵੀ ਕੁਝ ਲੋਕੀ ਬੁਲਟ ਦੇ ਵਿੱਚ ਐਂਟਰ ਕਰ ਗਏ ਸੀਗੇ, ਉਹਨਾਂ ਨੇ ਗੁਰਾਇਆ ਜਥੇਬੰਦੀ ਦੇ ਝੰਡੇ ਫੜੇ ਹੋਏ ਸੀ, ਕਿਉਂਕਿ ਉਹਨਾਂ ਨੂੰ ਇੰਨੀ ਡੀਪਲੀ ਨੌਲੇਜ ਨਹੀਂ ਹੈਗੀ ਵੀ ਆਹ ਝੰਡਾ ਉਹਨਾਂ ਦੇ ਜਿਹੜੇ ਵੀ ਕਿਸਾਨ ਜਥੇਬੰਦੀ ਦੇ ਝੰਡੇ ਯੂਜ਼ ਕਰਨੇ ਸੀਗੇ ਉਹਨਾਂ ਨੇ ਯੂਜ਼ ਕੀਤੇ ਉੱਥੇ। ਔਰ ਕੁਝ ਗੱਡੀਆਂ ਕੁਝ ਟਰੈਕਟਰ ਚੱਲ ਰਹੇ ਸੀਗੇ। ਅੱਗੇ ਜਾ ਕੇ ਜਦੋਂ ਮੰਗਲੋਈ ਤੋਂ ਅਸੀਂ ਰਾਈਟ ਸਾਈਡ ਨੂੰ ਮੁੜਨਾ ਸੀਗਾ, ਉੱਥੇ ਬੈਰੀਗੇਡ ਲੱਗੇ ਸੀ, ਉੱਥੇ ਪੁਲਿਸ ਦੇ ਸਾਰੇ ਉੱਤੇ ਲੱਗੇ ਹੋਏ ਸੀਗੇ ਆਸੂਗੋਲੇ ਦੇ ਛੱਡਣ ਵਾਲੇ। ਉਹ ਬੈਰੀਗੇਡਸ ਇੰਨੇ ਕੱਚੇ ਲੱਗੇ ਸੀਗੇ ਕਿ ਐਵੇਂ ਹਟਾਓ ਤੇ ਹਟਣ ਵਾਲੇ ਬੈਰੀਗੇਡ ਸੀਗੇ। ਹੁਣ ਆਪਾਂ ਜਦੋਂ ਉੱਥੇ ਪਹੁੰਚ ਗਏ, ਉੱਥੇ ਨਾ ਉਹ ਲੋਕਾਂ ਨੇ ਜਿਹੜੇ 1 ਕਿਲੋਮੀਟਰ ਪਹਿਲਾਂ ਚੱਲ ਰਹੇ ਸੀ, ਉਹਨਾਂ ਨੇ ਟ੍ਰੈਫਿਕ ਜੈਮ ਕਰਤਾ ਸੀਗਾ ਉੱਥੇ ਜਾ ਕੇ। ਉਹ ਕਿਸਾਨਾਂ ਦੇ ਵਿੱਚ ਇੰਟਰਮਿਕਸ ਹੋ ਗਏ ਜੀ, ਮਤਲਬ ਵੱਡੀ ਸਾਜ਼ਿਸ਼ ਸੀ। ਹਾਂ, ਬਹੁਤ ਵੱਡੀ ਸਾਜ਼ਿਸ਼ ਸੀਗੀ, ਮੈਂ ਤੇ ਆਪਣੀ ਅੱਖੀ ਦੇਖੀ ਹੈ। ਸਾਰੇ ਇੰਟਰਮਿਕਸ ਹੋ ਗਏ ਉੱਥੇ ਲੋਕੀ। ਕੁਛ ਲੋਕੀ ਮੇਰੀ ਜੀਪ ਤੇ ਆ ਕੇ बैरिकेड तोड़ेंगे, तो मैं क्या बैरिकेड थोड़ा ना तोड़ेंगे, हमने तो राइट जाना है। ਜਦੋਂ ਸਾਡੇ ਪਿੱਛੇ ਜਿਹੜੇ ਟਰੈਕਟਰ ਸੀਗੇ, ਤੀਜੇ ਟਰੈਕਟਰ ਤੇ ਦਾਰਾ ਸਿੰਘ ਜੀ ਦੇ ਬੇਟੇ ਵੀ ਬੈਠੇ ਹੋਏ ਸੀਗੇ। ਜਦੋਂ ਸਾਡੀ ਕਿਸਾਨ ਜਥੇਬੰਦੀਆਂ ਦੀ ਗੱਡੀ ਐ ਨਿਕਲਦੀ ਹੈ, ਪਿੱਛੇ ਟਰੈਕਟਰ ਨੇ ਆਉਣਾ ਸੀਗਾ, ਇੱਕ ਟਰੈਕਟਰ ਤੇ ਆ ਗਿਆ, ਜਿਹੜਾ ਉਹਨਾਂ ਦਾ ਟਰੈਕਟਰ ਸੀਗਾ ਨਾ ਉਹ ਐਵੇਂ ਖੜਾ ਸੀਗਾ। ਜਿਹੜੇ ਅੱਗੇ ਲੋਕੀ ਖੜੇ ਸੀਗੇ ਉਹਨਾਂ ਨੇ ਟਰੈਕਟਰ ਇੱਕ ਇੱਧਰ ਲਾ ਲਿਆ, ਇੱਕ ਇੱਧਰ ਲਾ ਲਿਆ, ਇੱਧਰ ਵੀ ਨਹੀਂ ਮੁੜਨ ਦਿੱਤਾ, ਇੱਧਰ ਵੀ ਨਹੀਂ ਮੁੜਨ ਦਿੱਤਾ। ਉਹਨਾਂ ਨੇ ਕਿਹਾ ਬੈਰੀਕੇਡ ਤੋੜਾਂਗੇ, ਠੀਕ ਆ। ਤੇ ਇਹ ਦਾਰਾ ਜੀ ਦੇ ਬੇਟੇ ਨੇ ਦੇਖਿਆ ਵੀ ਅੱਗੇ ਤੇ ਸਾਰਾ ਕੁਝ ਲੱਗਾ, ਬੈਰੀਕੇਡ ਤੇ ਨਹੀਂ ਤੋੜ ਸਕਦੇ, ਉਹ ਸਾਨੂੰ ਇੱਧਰ ਵੀ ਨਹੀਂ ਜਾਣ ਦਿੰਦੇ। ਇੱਧਰ ਉਹ ਉੱਤਰ ਕੇ ਸਾਡੀ ਕਿਸਾਨ ਜਥੇਬੰਦੀਆਂ ਦੀ ਗੱਡੀ ਕੋਲ ਆ ਕੇ ਦੱਸਣ ਲੱਗ ਪਏ ਵੀ ਐਵੇਂ ਹੋ ਰਿਹਾ ਹੈ ਪਿੱਛੇ। ਉਦੋਂ ਤੱਕ ਜਦੋਂ ਤੱਕ ਅਸੀਂ ਵਾਪਸ ਮੁੜ ਕੇ ਗਏ ਉਦੋਂ ਤੱਕ ਬੈਰੀਕੇਡ ਟੁੱਟ ਚੁੱਕਿਆ ਸੀਗਾ। ਬੈਰੀਕੇਡ ਕੀ ਟੁੱਟਣਾ ਸੀਗਾ, ਐ ਹਲਾਇਆ ਸੀਗਾ, ਉਹ ਗਿਆ। ਹੁਣ ਜਿਹੜੇ ਸਾਡੇ ਪਿਛਲੇ ਟਰੈਕਟਰ ਆਂਦੇ ਪਏ ਸੀਗੇ ਉਹ ਕਨਫਿਊਜ਼ ਹੋ ਗਏ ਵੀ ਇੱਧਰ ਮੁੜਨਾ ਕਿ ਉੱਧਰ ਜਾਣਾ, ਕਿਉਂਕਿ ਹੁਣ ਬੈਰੀਕੇਡ ਤੇ ਖੁੱਲਾ ਸੀਗਾ। ਨਾ ਪੁਲਿਸ ਕੁਛ ਕਹਿ ਰਹੀ ਸੀਗੀ, ਕੁਛ ਨਹੀਂ ਕਹਿ ਰਹੀ ਸੀਗੀ ਉਸ ਟਾਈਮ ਤੇ ਪੁਲਿਸ, ਨਾ ਲਾਠੀ ਚਾਰਜ ਕਰ ਰਹੀ ਸੀਗੀ, ਕੁਛ ਨਹੀਂ ਕਹਿ ਰਹੀ ਸੀ। ਜਿਵੇਂ ਲੱਗ ਰਿਹਾ ਸੀਗਾ ਕਿ ਸੋਚੀ ਸਮਝੀ ਸਾਜ਼ਿਸ਼ ਆ ਸਾਰੀ। ਸਾਰੇ ਟਰੈਕਟਰ ਜਿਹੜੇ ਪਿੱਛੇ ਲਾਈਨ ਦੇ ਨਾਲ ਆ ਰਹੇ ਸੀਗੇ ਉਹ ਸਾਰੇ ਅੰਦਰ ਸਿੱਧਾ ਲਾਲ ਕਿਲੇ ਵੱਲ ਜਾ ਰਹੇ ਆ। ਉਹ ਹੁਣ ਜਿਨ੍ਹਾਂ ਨੂੰ ਪਤਾ ਲੱਗ ਗਿਆ ਵੀ ਆਪਾਂ ਗਲਤ ਰਸਤੇ ਤੇ ਆ ਗਏ, ਹੁਣ ਉਹ ਅੱਗੋਂ ਮੋੜ ਕੇ ਵਾਪਸ ਆਉਣ ਦੀ ਕੋਸ਼ਿਸ਼ ਕਰ ਰਿਹਾ। ਇਹਨਾਂ ਨੇ ਅੱਗੋਂ ਬੈਰੀਕੇਡ ਬੰਦ ਕਰਤੇ ਤੇ ਇਹਨਾਂ ਨੇ ਅੱਗੋਂ ਬੱਸਾਂ ਲਾਤੀਆਂ। ਔਰ ਜਦੋਂ ਉਹ ਵਾਪਸ ਆਉਂਦੇ ਉਹਨਾਂ ਨੂੰ ਵਾਪਸ ਨਹੀਂ ਆਉਣ ਦਿੱਤਾ, ਉਹਨਾਂ ਨੂੰ ਲਾਠੀ ਚਾਰਜ ਕਰ ਦਿੱਤਾ। ਅੱਧੇ ਦੇ ਵਿਚਾਰੇ ਜਿਹੜੇ ਭੱਜ ਭੁੱਜ ਕੇ ਬਾਹਰ ਆ ਗਏ। ਹੁਣ ਜਿਹੜੇ ਸਾਡੇ ਡਾਕਟਰ ਸੀਗੇ ਜਿਹੜੇ ਉੱਥੇ ਏਡ ਦੇ ਰਹੇ ਸੀਗੇ, ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਵੀ ਜਿਹੜੀ ਲਾਠੀ ਚਾਰਜ ਹੋਇਆ ਆਪਸ ਦੇ ਵਿੱਚ, ਡਾਕਟਰ ਸਵੈਮਾਨ ਉਹ ਕਰ ਰਹੇ ਸੀਗੇ, ਉਹਨਾਂ ਨੂੰ ਵੀ ਦੂਜੇ ਵਰਦੀ ਵਾਲੇ ਆ ਕੇ ਉਹਨਾਂ ਦੇ ਡਾਕਟਰਸ ਤੋਂ ਵੀ ਕੁੱਟਣ ਲੱਗ ਪਏ ਉੱਥੇ ਆ ਕੇ। ਸੋ ਬਹੁਤ ਹੀ ਜ਼ਿਆਦਾ ਤੁਸੀਂ ਸੁਣ ਸਕਦੇ ਹੋ ਜਿਸ ਇਨਸਾਨ ਨੂੰ ਪੰਜਾਬ ਦਾ ਬੱਚਾ ਮਾਈ ਭਾਗੋ ਦੀ ਵਾਰਸ ਦੱਸਦਾ, ਉਹ ਕਦੇ ਝੂਠ ਨਹੀਂ ਬੋਲ ਸਕਦੀ। ਇੱਕ ਆਖਰੀ ਸਵਾਲ, ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ, ਤੁਸੀਂ ਕੀ ਕਹੋਗੇ? ਤੁਸੀਂ ਕੱਲ ਵੀ ਤਿਹਾੜ ਜੇਲ੍ਹ ਜਾ ਕੇ ਆਏ ਹੋ, ਤੁਸੀਂ ਜਿਹੜੇ ਕੈਦੀ ਨੂੰ ਮਿਲ ਕੇ ਆਏ ਹੋ, ਤੁਸੀਂ ਜਿਨ੍ਹਾਂ ਨੂੰ ਇਸ ਕੇਸ ਦੇ ਵਿੱਚ ਹਵਾਲਾਤ ਦੇ ਵਿੱਚ ਡੱਕਿਆ ਹੋਇਆ, ਕੀ ਕਹੋਗੇ ਤੁਸੀਂ ਇਹਦੇ ਬਾਰੇ?
ਉਹਨਾਂ ਬਾਰੇ ਤੇ ਨੋ ਕਮੈਂਟਸ ਆ, ਕਿਉਂਕਿ ਮੈਂ ਕੁਝ ਬੋਲੂੰਗੀ, ਸੱਚ ਬੋਲੂੰਗੀ ਤੇ ਮੈਨੂੰ ਗਾਲਾਂ ਕੱਢਣਗੇ, ਇਸ ਕਰਕੇ ਮੈਂ ਬੋਲਣਾ ਨਹੀਂ ਚਾਹੁੰਦੀ। ਜਿਹੜੀ ਮੁਲਾਕਾਤ ਕਰਕੇ ਆਏ ਹੋ ਤੁਸੀਂ, ਕੀ ਆਲਮ ਹੈਗਾ, ਪਰ ਕਿੱਦਾਂ ਮੈਂ ਰੱਖਿਆ ਤੇ ਜਾਵੇ? ਇੰਨੀ ਗੱਲ ਕਹਿਣਾ ਚਾਹੁੰਦੀ ਆ ਵੀ ਲੋਕਾਂ ਨੂੰ ਨਾ ਸੱਚ ਸੁਣਨ ਦੀ ਆਦਤ ਪਾਉਣੀ ਚਾਹੀਦੀ ਆ। ਲੋਕਾਂ ਨੂੰ ਜਦੋਂ ਆਪਾਂ ਸੱਚ ਬੋਲੀਏ, ਲੋਕੀ ਕਹਿੰਦੇ ਆ ਵੀ ਤੁਸੀਂ ਸੱਚ ਕਿਉਂ ਬੋਲਦੇ ਹੋ। ਜਦੋਂ ਉਹਨਾਂ ਨੂੰ ਠੇਡਾ ਲੱਗ ਜਾਂਦਾ ਆ, ਉਦੋਂ ਕਹਿੰਦੇ ਸਾਨੂੰ ਦੱਸਿਆ ਕਿਉਂ ਨਹੀਂ ਸੀਗਾ। ਸੋ ਇਸ ਕਰਕੇ ਹੁਣ ਜਿੰਨੀਆਂ ਕੁ ਗਾਲਾਂ ਮੈਂ ਪਿਛਲੇ ਦਿਨੀ ਧਮਕੀਆਂ ਵੀ ਮੈਨੂੰ ਆ ਚੁੱਕੀਆਂ ਵੀ ਤੈਨੂੰ ਸੋਧ ਦਾਂਗੇ, ਤੈਨੂੰ ਮਾਰ ਦਾਂਗੇ। ਸੋ ਮੈਂ ਤੇ ਡਰਦੀ ਨਹੀਂ। ਮੈਂ ਤੇ ਮਾਈ ਭਾਗੋ ਜੀ ਦੀ ਫੋਟੋ ਵੀ ਪਾਈ ਸੀਗੀ, ਮੈਂ ਕਿਹਾ ਸੀਗਾ ਮੈਂ ਨਹੀਂ ਡਰਦੀ। ਇੰਸਟਾਗ੍ਰਾਮ ਦੇ ਉੱਤੇ ਕਮੈਂਟ ਜਾਂ ਮੈਨੂੰ ਮੇਲ ਨਾ ਕਰੋ। ਜਿਹਨੇ ਵੇਖਣਾ ਨਾ ਮੈਂ ਬਿਨਾਂ ਹਥਿਆਰ ਤੋਂ ਆ, ਸਿੱਧਾ ਆ ਕੇ ਮੈਨੂੰ ਠੋਕਣਾ ਠੋਕੋ ਤੇ ਮੇਰੇ ਨਾਲ ਗੱਲ ਕਰੋ, ਕਿਉਂਕਿ ਸਾਰੀ ਦੁਨੀਆ ਜਾਣਦੀ ਆ। ਅੱਜ ਮੇਰਾ ਮੂੰਹ ਬੰਦ ਕਰਾਉਣਗੇ ਨਾ, ਟਿਕਰੀ ਬਾਰਡਰ ਤੇ ਲੱਖਾਂ ਲੋਕੀਆਂ ਕਿਹਦਾ ਮੂੰਹ ਬੰਦ ਕਰਵਾ ਲੈਣਗੇ ਜਿਹੜੇ ਸੱਚ ਬੋਲਦੇ ਆ। ਸੱਚ ਬੋਲਣ ਵਾਲੇ ਦਾ ਮੂੰਹ ਨਹੀਂ ਬੰਦ ਕਰਾ ਸਕਦੇ ਤੁਸੀਂ। ਹੁਣ ਆਉਣ ਵਾਲੇ ਟਾਈਮ ਤੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਹੀ ਜਾਣਾ ਆ। ਸਾਰਾ ਕੁਝ ਸਾਰਿਆਂ ਦੇ ਸਾਹਮਣੇ ਬਹੁਤ ਆਊਗਾ। ਕੀਮਤੀ ਸਮਾਂ ਦਿੱਤਾ, ਧੰਨਵਾਦ ਹੈ ਜੀ ਤੁਹਾਡਾ। ਤੁਸੀਂ ਦੇਖਿਆ ਹਮਦਰ ਟੀਵੀ ਤੇ ਸੋਨੀਆ ਮਾਨ ਜੀ ਜਿਹੜਾ ਖੁੱਲ੍ਹ ਕੇ ਜਿਹੜੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਕੇ ਗਏ ਨੇ। ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਜਿਹੜੇ ਵਿਚਾਰ ਸੀਗੇ, ਇਹਨਾਂ ਦਾ ਕਹਿਣਾ ਸੀ ਕਿ ਇੱਕ ਵੱਡੀ ਸਾਜ਼ਿਸ਼ ਅਧੀਨ ਜਿਹੜਾ ਕਿਸਾਨ ਅੰਦੋਲਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਰੰਤੂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿਸਾਨ ਅੰਦੋਲਨ, ਇਹ ਅੰਦੋਲਨ ਜਿਹੜਾ ਦਿੱਲੀ ਤੋਂ ਸ਼ੁਰੂ ਹੋਇਆ ਸੀ, ਅੱਜ ਪੰਜਾਬ ਦੇ ਹਰ ਇੱਕ ਮੁਹੱਲੇ ਦੇ ਵਿੱਚ, ਹਰ ਇੱਕ ਵਾਰਡ ਦੇ ਵਿੱਚ, ਹਰ ਇੱਕ ਚੁਰਾਹੇ ਤੇ, ਹਰ ਇੱਕ ਮੋੜ ਤੇ ਅੱਜ ਖੜਾ ਹੈ ਕਿਸਾਨ ਅੰਦੋਲਨ। ਹਰੇਕ ਵਰਗ, ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਇਸ ਕਿਸਾਨ ਅੰਦੋਲਨ ਦਾ ਹਿੱਸਾ ਬਣੇ ਹੋਏ ਨੇ। ਕੈਮਰਾਮੈਨ ਲਕਸ਼ਮਣ ਸਿੰਘ ਦੇ ਨਾਲ ਅਰੁਣ ਆਹੂਜਾ, ਹਮਦਰ ਟੀਵੀ, ਚੰਡੀਗੜ੍ਹ।